ਅਸੀਂ ਇਹ ਨਹੀਂ ਕਹਿੰਦੇ ਅਸੀਂ ਜਿਹੜੀ ਪੰਜਾਬ ਸਰਕਾਰ ਆ ਅਸੀਂ ਉਹਨੂੰ ਕਲੀਨ ਚਿੱਟ ਨਹੀਂ ਦਿੰਦੇ। ਇਹ ਵੀ ਧੋਖੇਬਾਜ਼ ਆ, ਉਹ ਵੀ ਧੋਖੇਬਾਜ਼ ਆ, ਦੋ ਹੀ ਇੱਕੋ ਥਾਲੀ ਦੇ ਚੱਟੇ ਬੱਟੇ ਆ। ਇਹ ਦਲਿਤਾਂ ਦੇ ਹਮੇਸ਼ਾ ਵਿਰੋਧੀ ਰਹੇ ਆ। ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਆ। ਅਸੀਂ ਇਹਨਾਂ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਉੱਤੇ ਰਾਜਨੀਤੀ ਨਹੀਂ ਕਰਨ ਦੇਵਾਂਗੇ। ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਨੂੰ ਧੋਣ ਦਾ ਸਾਡਾ ਮਕਸਦ ਸਿਰਫ ਇਹੀ ਆ ਕਿ ਇਹਨਾਂ ਦਾ ਪਰਛਾਵਾਂ ਵੀ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ 'ਤੇ ਨਾ ਪਵੇ, ਔਰ ਅਸੀਂ ਆਪਣੇ ਸਮਾਜ ਦੇ ਨਾਲ ਕਦੀ ਵੀ ਰਾਜਨੀਤੀ ਨਹੀਂ ਹੋਣ ਦੇਵਾਂਗੇ। ਅੱਜ ਬੀਜੇਪੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ। ਬਾਬਾ ਸਾਹਿਬ ਅੰਬੇਡਕਰ ਨੂੰ ਬੀਜੇਪੀ ਉਦੋਂ ਹੀ ਯਾਦ ਕਰਦੀ ਹੈ ਜਦੋਂ ਉਹਨਾਂ ਨੂੰ ਵੋਟ ਬੈਂਕ ਗਿਰਦਾ ਨਜ਼ਰ ਆਉਂਦਾ ਹੋਵੇ, ਜਾਂ ਕੋਈ ਸਪੈਸ਼ਲ ਓਕੇਸ਼ਨ ਤੇ ਬਾਬਾ ਸਾਹਿਬ ਅੰਬੇਡਕਰ ਦੇ ਪ੍ਰੀ-ਨਿਰਵਾਣ ਦਿਵਸ ਤੇ ਜਾਂ ਉਹਨਾਂ ਦੇ ਬਰਥ ਡੇਟ ਤੇ ਉਹ ਜਾ ਕੇ ਫੁੱਲ ਮਾਲਾ ਅਰਪਿਤ ਕਰਦੇ ਆ। ਕਿਉਂਕਿ ਜਿਹੜਾ ਨਵਾਂ ਸ਼ਹਿਰ ਦੀ ਕੰਟਰੋਵਰਸੀ ਹੋਈ ਆ ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮਨੂ ਵਾਇਰਸ ਤੋਂ ਮੁਕਤ ਹੋਣ ਦੇ ਲਈ, ਮਨੂ ਵਾਇਰਸ ਸੀਗਾ ਜਿਹੜਾ ਉੱਥੇ ਦਾ, ਉਹਨਾਂ ਨੂੰ ਦੌੜਾਇਆ ਉੱਥੋਂ, ਔਰ ਬਾਬਾ ਸਾਹਿਬ ਦੀ ਮੂਰਤੀ ਨੂੰ ਜਿਹੜਾ ਹੱਥ ਤੱਕ ਵੀ ਲਾ ਨਹੀਂ ਦਿੱਤਾ। ਜਿਹੜਾ ਕਿਸਾਨ ਭਾਈਚਾਰਾ, ਸਿੱਖ ਭਾਈਚਾਰਾ, ਉਹਨਾਂ ਨੇ ਇੱਕ ਏਕੇ ਦਾ ਸੰਕੇਤ ਦੇ ਦਿੱਤਾ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਦੇ ਨਾਲ ਚੱਲਣਾ, ਤੇ ਅਸੀਂ ਇਹ ਮਨੂ ਵਾਇਰਸ ਆ ਜਿਹੜਾ ਉਹਨੂੰ ਹੱਥ ਵੀ ਨਹੀਂ ਲਾਉਣ ਦੇਣਾ ਬਾਬਾ ਸਾਹਿਬ ਅੰਬੇਡਕਰ ਨੂੰ। ਅੱਜ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਹੈਗੇ ਆ। ਮੈਂ ਤੁਹਾਨੂੰ ਥੋੜਾ ਅੱਗੇ ਜਾ ਕੇ ਦਿਖਾਊਂਗਾ। ਇੱਕ ਸਟੈਚੂ ਲੱਗਾ ਹੋਇਆ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ। ਸੋ ਉੱਥੇ ਥੋੜ੍ਹੀ ਦੇਰ ਪਹਿਲਾਂ ਭਾਜਪਾ ਵਾਲਿਆਂ ਨੇ ਫੁੱਲਾਂ ਦੇ ਹਾਰ ਪਾਏ ਸੀਗੇ, ਔਰ ਸੱਜਣ ਸਾਡੇ ਨਾਲ ਹੈਗੇ ਆ, ਉਹਨਾਂ ਨੂੰ ਬਹੁਤ ਜ਼ਿਆਦਾ ਇਤਰਾਜ਼ ਹੈਗਾ, ਔਰ ਉਹ ਕਹਿੰਦੇ ਕਿ ਅਸੀਂ ਸ਼ੁੱਧੀਕਰਨ ਕਰਨਾ ਹੈਗਾ ਜਿਹੜਾ ਬੀਜੇਪੀ ਵਾਲਿਆਂ ਨੇ ਡਾਕਟਰ ਅੰਬੇਦਕਰ ਜੀ ਦੇ ਬੁੱਤ ਦੇ ਉੱਪਰ, ਸਟੈਚੂ ਦੇ ਉੱਪਰ ਹਾਰ ਪਾਏ ਨੇ। ਕੀ ਕਹਿਣਾ ਚਾਹੁੰਦੇ ਹੋ, ਕੀ ਇਤਰਾਜ਼ ਆ ਜੀ? ਸਰ ਸਾਨੂੰ ਇਹੀ ਆ ਕਿ ਜਿਹੜਾ ਇਹਨਾਂ ਨੇ ਪ੍ਰੀ ਪਲਾਨਡ ਰਾਤੋਂ ਰਾਤ ਪ੍ਰੋਗਰਾਮ ਸੈੱਟ ਕਰਕੇ ਮਹੱਲੇ ਵਾਲਿਆਂ ਨੂੰ ਨਹੀਂ ਪਤਾ ਕਿ ਇੱਥੇ ਸਵੇਰੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਬੀਜੇਪੀ ਵਾਲੇ, ਆਰਐਸਐਸ ਵਾਲੇ ਕਿ ਉਹਨਾਂ ਦੇ ਮਾਲਾ ਅਰਪਣ ਕਰਨ ਆ ਰਹੇ ਆ। ਤੇ ਸਾਨੂੰ ਹੁਣ ਪਤਾ ਲੱਗਾ ਮਹੱਲੇ ਵਾਲਿਆਂ ਦੇ ਵਿੱਚ ਵੀ ਕਾਫੀ ਆਕਰੋਸ਼ ਆ। ਉਹਨਾਂ ਨੇ ਸਾਨੂੰ ਕਾਲ ਕਰਕੇ ਦੱਸਿਆ ਕਿ ਇਦਾਂ ਕਰਕੇ ਗਏ ਆ, ਤੇ ਅਸੀਂ ਹੁਣ ਸਾਰੀਆਂ ਸਮਾਜ ਦਲਿਤ ਜਥੇਬੰਦੀਆਂ ਵੱਲੋਂ ਅਸੀਂ ਮੂਰਤੀ ਦਾ ਸ਼ੁੱਧੀਕਰਨ ਕਰਨ ਆਏ ਆ। ਕਿਉਂ ਇਤਰਾਜ਼ ਕੀ ਆ? ਸਰ ਇਤਰਾਜ਼ ਕਿਉਂ ਨਹੀਂ ਹੈਗਾ ਸਾਨੂੰ? ਹਰੇਕ ਜਿਹੜਾ ਜਸਵੰਤ ਬੋਬੀ ਫਗਵਾੜੇ ਦੇ ਵਿੱਚ ਉਹਨਾਂ ਦਾ ਕਤਲ ਹੋਇਆ, ਉਹਦੇ ਵਿੱਚ ਵੀ ਆਰਐਸਐਸ ਬੀਜੇਪੀ ਖੁੱਲ੍ਹ ਕੇ ਆਈ ਆ। ਜਦੋਂ SC ST ਐਕਟ ਦਾ ਮੁੱਦਾ ਹੋਇਆ, ਜਦੋਂ ਬੰਦ ਹੋਇਆ ਇਹ SC ST ਐਕਟ ਇਹਨਾਂ ਨੇ ਭੰਗ ਕੀਤਾ, ਉਸ ਵੇਲੇ ਵੀ ਜਿਹੜੀ ਮੌਜੂਦਾ ਸਰਕਾਰ ਸੀ ਬੀਜੇਪੀ, ਉਸ ਵੇਲੇ ਸਾਂਪਲੇ ਉਹਨਾਂ ਨੇ ਕੋਈ ਪੱਖ ਇਹ ਆਪਣਾ ਖੁੱਲ੍ਹ ਕੇ ਉਹਦੇ ਵਿਰੋਧ ਵਿੱਚ ਨਹੀਂ ਆਏ। ਜਦੋਂ ਜਨ ਆਕਰੋਸ਼ ਹੋਇਆ, ਉਸ ਤੋਂ ਬਾਅਦ ਜਨ ਆਕਰੋਸ਼ ਦੇ ਨਾਲ ਤਾਂ ਵੱਡੇ ਵੱਡੇ ਕਾਨੂੰਨ ਵਾਪਸ ਹੋ ਜਾਂਦੇ ਆ, ਤੇ ਜਿਹੜੀ 2 ਅਪ੍ਰੈਲ ਦੀ ਮੂਵਮੈਂਟ ਸੀਗੀ ਉਸ ਤੋਂ ਬਾਅਦ ਹੀ SC ST ਐਕਟ ਜਿਹੜਾ ਐਕਟ ਦੁਆਰਤੀ ਲੱਗਿਆ ਵਾ। ਤੇ ਹੁਣ ਜਿਹੜਾ ਅਸੀਂ ਇਹ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਮੁੱਦੇ ਤੇ ਕਹਿ ਰਹੇ ਆ, ਉਹ ਤੇ ਰਾਜਨੀਤੀ ਸਿਰਫ ਕਰ ਰਹੇ ਆ। ਜੇ ਸਟੇਟ ਗਵਰਨਮੈਂਟ ਨੇ ਸਾਧੂ ਸਿੰਘ ਧਰਮਸੋਤ ਨੂੰ ਕਲੀਨ ਚਿੱਟ ਦੇਤੀ ਆ, ਤੇ ਇਹਨਾਂ ਦੀ ਸੈਂਟਰ ਦੀ ਸਰਕਾਰ ਆ, ਇਹ ਕਿਉਂ ਨਹੀਂ ਉੱਤੇ ਉੱਚ ਸਤਰੀਏ ਜਾਂਚ ਕਰਾ ਕੇ ਉਹਨੂੰ ਡੱਕ ਕੇ ਅੰਦਰ ਬਿਠਾ ਸਕਦੇ ਆ? ਇਹ ਸਿਰਫ ਟੋਟਲੀ ਸਰ ਰਾਜਨੀਤੀ ਹੋ ਰਹੀ ਆ। ਅਸੀਂ ਰਾਜਨੀਤੀ ਤੋਂ ਉੱਠ ਕੇ ਆਪਣੀ ਗੱਲ ਕਰਨੀ ਆ। ਤੁਸੀਂ ਰਾਜਨੀਤੀ ਤੋਂ ਉੱਠ ਕੇ ਆਪਣੀ ਗੱਲ ਕਰਨੀ ਹੈ। ਬਾਗਾ ਜੀ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ, ਸ਼ੁੱਧੀਕਰਨ ਲਫ਼ਜ਼ ਜਿਹੜਾ ਬੋਲਿਆ ਹੈਗਾ, ਉਹਨਾਂ ਦੇ ਹੱਥ ਲੱਗਣ ਦੇ ਨਾਲ ਡਾਕਟਰ ਜੀ ਦਾ ਜਿਹੜਾ ਸਟੈਚੂ ਹੈਗਾ ਉਹ ਅਸ਼ੁੱਧ ਹੋ ਗਿਆ ਕੀ? ਦੇਖੋ ਜੀ, ਬਾਬਾ ਸਾਹਿਬ ਅੰਬੇਡਕਰ ਹਮੇਸ਼ਾ ਊਚ ਨੀਚ ਸਮਾਨਤਾ ਛੂਆ-ਛੂਤ ਦੇ ਖਿਲਾਫ ਲੜਦੇ ਰਹੇ ਜੀ। ਔਰ ਇਹ ਜਿਹੜੇ ਬੰਦੇ ਅੱਜ ਬਾਬਾ ਸਾਹਿਬ ਅੰਬੇਡਕਰ ਦੀ ਫੋਟੋ ਤੇ ਹਾਰ ਪਾ ਗਏ ਆ, ਇਹ ਉਹੀ ਲੋਕ ਆ ਜਿਹੜੇ ਛੂਆ-ਛੂਤ, ਜਾਤ ਪਾਤ ਫੈਲਾਉਂਦੇ ਆ, ਸਮਾਜ 'ਚ ਨਫ਼ਰਤ ਫੈਲਾਉਂਦੇ ਆ, ਸਮਾਜ ਵਿੱਚ ਦੰਗੇ ਕਰਾਉਂਦੇ ਆ। ਹੁਣ ਇਸ ਟਾਈਮ ਅਸੀਂ ਗੱਲ ਕਰਦੇ ਆ ਕਿ ਜਦੋਂ ਰੋਹਿਤ ਬਮੂਲਾ ਨੂੰ ਮਾਰਿਆ ਗਿਆ, ਉਦੋਂ ਇਹ ਬੀਜੇਪੀ ਵਾਲੇ ਕਿੱਥੇ ਸੀਗੇ? ਜਦੋਂ ਇਹਨਾਂ ਨੇ SC ST ਐਕਟ ਖਤਮ ਕੀਤਾ, ਬੀਜੇਪੀ ਨਹੀਂ, ਉਦੋਂ ਇਹ ਕਿੱਥੇ ਸੀਗੇ? ਇਹਨਾਂ ਨੇ 200 ਪੁਆਇੰਟ ਰੋਸਟਰ ਦਲਿਤਾਂ ਦੀਆਂ ਨੌਕਰੀਆਂ ਨੂੰ ਖਤਮ ਕਰਕੇ 13 ਪੁਆਇੰਟ ਰੋਸਟਰ ਲਾਗੂ ਕੀਤਾ, ਉਦੋਂ ਇਹ ਕਿੱਥੇ ਸੀਗੇ? ਬੋਬੀ ਵਾਲਮੀਕੀ ਫਗਵਾੜੇ 'ਚ ਮਰਿਆ, ਉਦੋਂ ਇਹ ਉਹਦੇ ਵਿਰੋਧ ਵਿੱਚ ਸੀਗੇ। ਮਨੀਸ਼ਾ ਵਾਲਮੀਕੀ UP ਦੇ ਵਿੱਚ ਜਿਹਦਾ ਬਲਾਤਕਾਰ ਕਰਕੇ ਉਹਨੂੰ ਮਾਰਿਆ, ਇਹੀ ਬੀਜੇਪੀ ਉਹਦਾ ਵਿਰੋਧ ਕਰ ਰਹੀ ਹੈ। ਔਰ ਇਹ ਜਾਣਬੁੱਝ ਕੇ ਇਸ ਟਾਈਮ ਦਲਿਤਾਂ ਨੂੰ ਗੁੰਮਰਾਹ ਕਰਨ ਦੀ ਗੱਲ ਕਰ ਰਹੇ ਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਜਿਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਇਸ ਟਾਈਮ ਇਹ ਪੰਜਾਬ ਦੇ ਵਿੱਚ ਡੰਕਾ ਵਜਾ ਰਹੇ ਆ, ਉਸ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੀਆਂ ਟੱਚੀਆਂ ਉਡਾਉਣ ਵਾਲੇ ਬੰਦੇ ਹੀ ਬੀਜੇਪੀ ਆ, ਇਹੀ ਸਰਕਾਰ ਆ। ਇਹਨਾਂ ਨੇ ਹੀ ਇਸ ਟਾਈਮ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਹੈਗੀ ਆ ਉਹ ਬੰਦ ਕਰ ਦਿੱਤੀ ਆ, ਔਰ ਪੋਸਟ ਮੈਟ੍ਰਿਕ ਦਾ ਜਿਹੜਾ ਸਾਰਾ ਫੰਡ ਹੈ ਇਹਨਾਂ ਨੇ ਸੈਂਟਰ ਨੇ ਪਿੱਛੇ ਰੋਕ ਦਿੱਤਾ ਆ। ਔਰ ਜੇਕਰ ਸੈਂਟਰ ਪੋਸਟ ਮੈਟ੍ਰਿਕ ਜਿਹੜਾ ਫੰਡ ਹੈਗਾ ਭੇਜੂਗਾ ਹੀ ਨਹੀਂ, ਤੇ ਜਿਹੜੀ ਸਟੇਟ ਵੀ ਉਹ ਵੀ ਕੀ ਕਰੂਗੀ? ਅਸੀਂ ਇਹ ਨਹੀਂ ਕਹਿੰਦੇ ਅਸੀਂ ਜਿਹੜੀ ਪੰਜਾਬ ਸਰਕਾਰ ਆ ਅਸੀਂ ਉਹਨੂੰ ਕਲੀਨ ਚਿੱਟ ਨਹੀਂ ਦਿੰਦੇ। ਇਹ ਵੀ ਧੋਖੇਬਾਜ਼ ਆ, ਉਹ ਵੀ ਧੋਖੇਬਾਜ਼ ਆ,
ਦੋ ਹੀ ਇੱਕੋ ਥਾਲੀ ਦੇ ਚੱਟੇ ਬੱਟੇ ਆ। ਇਹ ਦਲਿਤਾਂ ਦੇ ਹਮੇਸ਼ਾ ਵਿਰੋਧੀ ਰਹੇ ਆ। ਅਸੀਂ ਇਹਨਾਂ ਦਾ ਡਟ ਕੇ ਵਿਰੋਧ ਕਰਦੇ ਹਾਂ। ਅਸੀਂ ਇਹਨਾਂ ਨੂੰ ਬਾਬਾ ਸਾਹਿਬ ਅੰਬੇਡਕਰ ਦੇ ਉੱਤੇ ਰਾਜਨੀਤੀ ਨਹੀਂ ਕਰਨ ਦੇਵਾਂਗੇ। ਬਾਬਾ ਸਾਹਿਬ ਅੰਬੇਡਕਰ ਦੇ ਸਟੈਚੂ ਨੂੰ ਧੋਣ ਦਾ ਸਾਡਾ ਮਕਸਦ ਸਿਰਫ ਇਹੀ ਆ ਕਿ ਇਹਨਾਂ ਦਾ ਪਰਛਾਵਾਂ ਵੀ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਤੇ ਨਾ ਪਵੇ, ਔਰ ਅਸੀਂ ਆਪਣੇ ਸਮਾਜ ਦੇ ਨਾਲ ਕਦੀ ਵੀ ਰਾਜਨੀਤੀ ਨਹੀਂ ਹੋਣ ਦੇਵਾਂਗੇ। ਅੱਛਾ, ਇੱਕ ਹੋਰ ਗੱਲ, ਜਿਵੇਂ ਜਿਹੜੇ ਆਪਣੇ ਮੁਲਕ ਦੇ ਰਾਸ਼ਟਰਪਤੀ ਹੈਗੇ ਆ, ਜੋ ਦਲਿਤ ਭਾਈਚਾਰੇ ਵਿੱਚੋਂ ਹੈਗੇ ਆ, ਉਹ ਜਦੋਂ ਮੰਦਿਰ ਦੀਆਂ ਪੌੜੀਆਂ ਚੜ੍ਹਦੇ ਆ ਤਾਂ ਉਹ ਕਹਿੰਦੇ ਉਹ ਸ਼ੁੱਧ ਹੋ ਗਿਆ, ਫਿਰ ਉਹ ਧੋਂਦੇ ਹੈਗੇ ਆ। ਕੀ ਇਦਾਂ ਦਾ ਕੁਝ ਚੱਲਦਾ ਤੁਹਾਡੇ ਅੰਦਰ? ਦੇਖੋ, ਜਿਹੜਾ ਮੈਂ ਫੇਸਬੁੱਕ ਤੇ ਪੋਸਟ ਪਾਈ ਸੀ, ਜਿਹੜਾ ਰਾਮਨਾਥ ਕੋਵਿਡ ਕਿਹਾ ਸੀ, ਮੈਨੂੰ ਕੋਵਿਡ ਵੈਸੇ ਹੈਗਾ ਤਾਂ ਕੋਵਿਡ ਦਾ, ਉਹ ਮੈਨੂੰ ਕੋਵਿਡ ਕਿਹਾ ਸੀਗਾ। ਅਸੀਂ ਉਹਨੂੰ ਆਪਣੇ ਸਮਾਜ ਦਾ ਬੰਦਾ ਨਹੀਂ ਮੰਨਦੇ। ਸੇਮ ਜਿਹੋ ਜਿਹਾ ਰਾਸ਼ਟਰਪਤੀ ਸਾਡੇ ਲਈ ਉਹੋ ਜਿਹਾ ਹੀ ਆਹ ਜਿਹੜਾ ਸਾਡਾ ਵਿਜੇ ਸੰਪਲਾ, ਇਹ ਦੋਨੇ ਗਰਦਾਰ ਬੰਦੇ ਆ। ਇਹਨਾਂ ਵਿੱਚ ਕੋਈ ਅਣਖ ਨਹੀਂ। ਇਹ ਸਿਰਫ ਆਪਣੇ ਆਪ ਲਈ ਹੀ ਜੀਂਦੇ ਆ। ਜਿੱਦਾਂ ਬਾਬਾ ਸਾਹਿਬ ਅੰਬੇਡਕਰ ਨੇ ਸਾਨੂੰ ਅਲੱਗ ਚੋਣ ਖੇਤਰ ਦਿੱਤਾ ਸੀਗਾ। ਜਿਹੜਾ ਗਾਂਧੀ ਸੀਗਾ, ਮੋਹਨਦਾਸ ਕਰਮਚੰਦ ਗਾਂਧੀ, ਉਹਨੇ ਮਰਨ ਵਰਤ ਰੱਖ ਕੇ ਸਾਡੇ ਕੋਲੋਂ ਅਲੱਗ ਜਿਹੜਾ ਚੋਣ ਖੇਤਰ ਸਾਡੇ ਕੋਲ ਖੋਇਆ ਸੀਗਾ। ਇਸੇ ਕਰਕੇ ਜਿਹੜੇ ਸਾਡੇ MLA MP ਆ, ਉਹ ਇਹਨਾਂ ਦੇ ਗੁਲਾਮ ਆ। ਉਹ ਗੂੰਗੇ ਆ, ਬੋਲੇ ਆ, ਅੰਨੇ ਆ, ਉਹਨਾਂ ਨੇ ਬੋਲਣਾ ਨਹੀਂ। ਉਹਨਾਂ ਦੇ ਗਲਾਂ ਦੇ ਵਿੱਚ ਇਹਨਾਂ ਦਾ ਪਟਾ ਪਿਆ ਹੋਇਆ। ਸਿਰਫ ਉਹਨਾਂ ਨੂੰ ਇੱਕ ਰੋਟੀ ਦੀਦੀ ਆ ਤੇ ਇਹ ਪੂੰਛ ਲਾਉਂਦੇ ਆ ਜਾਂ ਜੀਭ ਕੱਟ ਕੇ ਉਹਨਾਂ ਨੂੰ ਜੀਭ ਨਾਲ ਚੱਟਦੇ ਆ। ਅੱਛਾ, ਹੁਣ ਜਿਹੜਾ ਕੋਈ ਲੈਣਾ ਦੇਣਾ ਨਹੀਂ ਸਾਡਾ ਉਹਨਾਂ ਨਾਲ ਕੋਈ ਲੈਣਾ ਦੇਣਾ, ਇਹਨਾਂ ਦਾ ਕਹਿਣਾ ਹੈਗਾ ਹੁਣ ਜਿਹੜਾ ਸ਼ੁੱਧੀਕਰਨ ਕਰਨਾ ਹੈਗਾ, ਤੁਸੀਂ ਉਹਦੇ ਲਈ ਕੀ ਤਿਆਰੀ ਕੀ ਕਰਨ ਲੱਗੇ ਹੋ? ਅਸੀਂ ਦੁੱਧ ਨਾਲ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਨੂੰ ਧੋਵਾਂਗੇ, ਸਟੈਚੂ ਨੂੰ, ਤਾਂ ਜੋ ਵੀ ਇਹਨਾਂ ਦੇ ਗੰਦੇ ਮੰਦੇ ਹੱਥ ਬਾਬਾ ਸਾਹਿਬ ਅੰਬੇਡਕਰ ਨੂੰ ਸਪਰਸ਼ ਕਰ ਗਏ ਆ, ਅਸੀਂ ਉਹ ਸਾਫ਼ ਕਰਨਾ ਚਾਹੁੰਦੇ ਹਾਂ। ਜੀ ਜ਼ਰੂਰ। ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਦੁੱਧ ਦੇ ਨਾਲ ਡਾਕਟਰ ਅੰਬੇਦਕਰ ਜੀ ਦਾ ਜਿਹੜਾ ਸਟੈਚੂ ਹੈਗਾ ਉਹਨੂੰ ਅਸੀਂ ਧੋਵਾਂਗੇ, ਕਿਉਂਕਿ BJP ਵਾਲਿਆਂ ਦੇ ਗੰਦੇ ਮੰਦੇ ਹੱਥ ਇਹਨਾਂ ਦਾ ਕਹਿਣਾ ਹੈਗਾ ਕਿ ਉਹਨੂੰ ਲੱਗ ਚੁੱਕੇ ਹੈਗੇ ਆ। ਆਹ ਤੁਸੀਂ ਬਿਲਕੁਲ ਸਾਹਮਣੇ ਦੇਖ ਰਹੇ ਆ, ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਸਟੈਚੂ ਲੱਗਾ ਹੋਇਆ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ, ਭਗਤ ਸਿੰਘ ਨਗਰ ਰੋਸ਼ਨ ਗਰਾਊਂਡ ਦੇ ਬਿਲਕੁਲ ਬੈਕ ਸਾਈਡ ਤੇ ਹੈਗਾ ਇਹ। ਮੈਂ ਤੁਹਾਨੂੰ ਬਿਲਕੁਲ ਸਾਰਾ ਕੁਝ ਲਾਈਵ ਦਿਖਾਵਾਂਗੇ ਤੁਹਾਨੂੰ ਕਿ ਇਹਨਾਂ ਦੇ ਕੋਲ ਦੁੱਧ ਦੀ ਬਾਲਟੀ ਹੈਗੀ ਆ, ਔਰ ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਇਹਨਾਂ ਦੇ ਜਿਹੜੇ ਗੰਦੇ ਮੰਦੇ ਹੱਥ ਲੱਗੇ ਨੇ, ਅਸੀਂ ਦੁੱਧ ਦੇ ਨਾਲ ਇਸ ਸਟੈਚੂ ਨੂੰ ਧੋਣਾ ਹੈਗਾ। ਆਇਓ, ਦੋ ਤਿੰਨ ਮੁੰਡੇ ਹੋਰ ਉੱਪਰ ਆਜੋ ਰਾਹੁਲ, ਆਜੋ। ਹੁਸ਼ਿਆਰਪੁਰ ਸ਼ਹਿਰ ਦੀਆਂ ਵੱਖ-ਵੱਖ ਦਲਿਤ ਜਥੇਬੰਦੀਆਂ ਦੇ ਨੁਮਾਇੰਦੇ, ਔਰ ਇਹਨਾਂ ਦਾ ਕਹਿਣਾ ਹੈਗਾ ਕਿ ਬਿਲਕੁਲ ਵੀ ਕਿਸੇ ਨੂੰ ਭਿਣਕ ਨਹੀਂ ਪੈਣ ਦਿੱਤੀ ਗਈ BJP ਦੇ ਆਗੂਆਂ ਵੱਲੋਂ ਜਦੋਂ ਉਹ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਦੇ ਉੱਪਰ ਹਾਰ ਪਾ ਕੇ ਗਏ ਸੀਗੇ। ਇਹਨਾਂ ਦਾ ਕਹਿਣਾ ਹੈਗਾ ਕਿ ਡਰਾਮੇਬਾਜ਼ੀ ਉਹਨਾਂ ਵੱਲੋਂ ਕੀਤੀ ਜਾ ਰਹੀ ਹੈ। ਜਦੋਂ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਵਿੱਚ ਭਾਰਤੀਆਂ ਘੱਟ ਗਿਣਤੀ ਕੌਮਾਂ ਦੇ ਨਾਲ ਧੱਕਾ ਹੁੰਦਾ ਹੈਗਾ, ਜਦੋਂ ਘੱਟ ਗਿਣਤੀਆਂ ਨਾਲ ਧੱਕਾ ਹੁੰਦਾ ਉਸ ਵੇਲੇ ਉਹ ਨਾਲ ਨਹੀਂ ਖੜਦੇ ਹੈਗੇ, ਪਰ ਸਿਰਫ ਡਰਾਮੇਬਾਜ਼ੀ ਕਰਨ ਵਾਸਤੇ ਉਹ ਡਾਕਟਰ ਸਾਹਿਬ ਦੇ ਬੁੱਤ ਦੇ ਉੱਪਰ ਆ ਕੇ ਹਾਰ ਪਾਉਂਦੇ ਨੇ। ਅੱਜ BJP ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਹੋ ਰਹੀ ਹੈ। ਬਾਬਾ ਸਾਹਿਬ ਡਾਕਟਰ ਅਮਰ ਰਹੇ, ਬੀਮਾ ਤੇਰੀ ਸੋਚ ਤੇ ਨਾਨਾ ਦਿਆਂਗੇ ਠੋਕ ਕੇ, ਬੀਮਾ ਤੇਰੀ ਸੋਚ ਤੇ ਨਾਨਾ ਦਿਆਂਗੇ ਠੋਕ ਕੇ। ਜੈ ਭੀਮ, ਜੈ ਭਾਰਤ, ਜੈ ਭੀਮ, ਜੈ ਭਾਰਤ। हम लेके रहेंगे हम आजादी। बीमा तेरी सोच पे नैना देंगे ठोक के, बीमा तेरी सोच पे नैना देंगे ठोक के। हम लेके रहेंगे आजादी, इस मनुवाद से आजादी, इस RSS से आजादी, इस BJP से आजादी, इस ब्राह्मणवाद से आजादी। जय भीम, जय भारत, जय भीम, जय भारत। बनी आप लोगों की बड़ी आइयो पीछे की कहते भाई, पीछे जाइए बड़े हाँ, भूख लगी। जय भीम। ਸੋ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਤੁਸੀਂ ਦੇਖਿਆ ਕਿ ਕਿਵੇਂ ਦਲਿਤ ਜਥੇਬੰਦੀਆਂ ਦੇ ਵੱਖ-ਵੱਖ ਆਗੂ ਇਕੱਠੇ ਹੋਏ ਨੇ। ਇਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਗੁੰਮਰਾਹ ਕਰਕੇ ਜਾਂ ਇੱਥੋਂ ਦੇ ਜਿਹੜੇ ਮਹੱਲੇ ਦੇ ਲੋਕ ਹੈਗੇ ਉਹਨਾਂ ਨੂੰ ਵੀ ਭਿਣਕ ਨਹੀਂ ਪੈਣ ਦਿੱਤੀ ਗਈ। BJP ਦੇ ਆਗੂਆਂ ਨੇ ਇੱਥੇ ਆ ਕੇ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਦੇ ਉੱਪਰ ਹਾਰ ਪਾਏ। ਇਹਨਾਂ ਸਾਰਿਆਂ ਦਾ ਕਹਿਣਾ ਹੈਗਾ ਕਿ ਉਹਨਾਂ ਵੱਲੋਂ ਭਾਰਤ ਦੀਆਂ ਘੱਟ ਗਿਣਤੀ, ਪੰਜਾਬ ਦੀਆਂ ਘੱਟ ਗਿਣਤੀ ਕੌਮਾਂ ਨੂੰ, ਖਾਸ ਕਰਕੇ ਦਲਿਤ ਭਾਈਚਾਰੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈਗਾ। ਇੱਕ ਪੰਜਾਬ ਦੇ ਵਿੱਚ ਦਲਿਤ ਪੱਤਾ ਜਿਹੜਾ ਹੈਗਾ ਉਹ ਉਹਨਾਂ ਵੱਲੋਂ ਖੇਡਣ ਦੀ ਤਿਆਰੀ ਹੈਗੀ ਆ। ਤੁਸੀਂ ਦੇਖਿਆ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਸਾਬਕਾ ਕੇਂਦਰੀ ਮੰਤਰੀ ਵਿਜੇ ਸਾਂਪਲਾ ਹੈਗੇ ਨੇ, ਵਿਜੇ ਸਾਂਪਲਾ ਦੇ ਖਿਲਾਫ ਵੀ ਲੋਕਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਰੋਸ ਸੀਗਾ। ਜਦੋਂ ਬੀਤੇ ਦਿਨੀ ਪੰਜਾਬ ਬੰਦ ਦੀ ਕਾਲ ਸੀਗੀ ਤਾਂ BJP ਦੇ ਜਿਹੜੇ ਇਹ ਸਾਬਕਾ ਕੇਂਦਰੀ ਮੰਤਰੀ ਹੈਗੇ ਨੇ
ਇਹਨਾਂ ਨੇ ਵਿਜੇ ਸਾਂਪਲਾ ਜੀ ਨੇ ਆਪਣੇ ਤੌਰ ਤੇ ਵੱਖਰੇ ਤੌਰ ਤੇ ਇੱਕ ਪਾਸੇ ਮਨੀਸ਼ਾ ਨਾਂ ਦੀ ਲੜਕੀ ਜਿਹੜੀ ਹੈਗੀ ਆ ਉਹਦਾ ਜ਼ਬਰ ਜ਼ਨਾਹ ਕੀਤਾ ਜਾਂਦਾ ਹੈਗਾ, ਉਸ ਤੋਂ ਬਾਅਦ ਹਸਪੀਟਲ ਦੇ ਵਿੱਚ ਉਹ ਦਮ ਤੋੜ ਜਾਂਦੀ ਹੈ, ਉਹਦੀ ਮੌਤ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਪੰਜਾਬ ਬੰਦ ਦੀ ਕਾਲ ਸੀਗੀ ਇੱਕ ਪਾਸੇ ਇਸ ਗੱਲ ਨੂੰ ਲੈ ਕੇ ਵੱਖ-ਵੱਖ ਦਲਿਤ ਜਥੇਬੰਦੀਆਂ ਦੇ ਅੰਦਰ ਬੇਹੱਦ ਰੋਸ ਸੀਗਾ, ਕਿਉਂਕਿ ਦਲਿਤ ਭਾਈਚਾਰੇ ਨਾਲ ਸੰਬੰਧ ਰੱਖਦੀ ਸੀ ਉਹ ਮਨੀਸ਼ਾ ਨਾਂ ਦੀ ਲੜਕੀ। ਪਰ ਦੂਜੇ ਪਾਸੇ ਇਹਨਾਂ ਨੇ ਇੱਕ ਹੋਰ ਮੁੱਦਾ ਲੈ ਕੇ ਵਿਜੇ ਸਾਂਪਲਾ ਹੋਣਾ ਨੇ ਉਸ ਚੌਂਕ ਦੇ ਵਿੱਚ ਵੱਖਰੇ ਤੌਰ ਤੇ ਧਰਨਾ ਲਾ ਲਿਆ ਸੀਗਾ। ਸੋ ਉਸ ਗੱਲ ਨੂੰ ਲੈ ਕੇ ਵੀ ਇਹਨਾਂ ਸਾਰੇ ਆਗੂਆਂ ਦੇ ਮਨ ਵਿੱਚ ਬਹੁਤ ਜ਼ਿਆਦਾ ਗੁੱਸਾ ਸੀਗਾ ਕਿ ਮਸਲਾ ਕੀ ਹੈਗਾ, ਪਰ ਲੋਕਾਂ ਨੂੰ ਇਹ ਭਟਕਾਉਣ ਵਾਸਤੇ, ਲੋਕਾਂ ਦਾ ਧਿਆਨ ਭਟਕਾਉਣ ਵਾਸਤੇ ਗੱਲ ਹੋਰ ਦੀ ਹੋਰ ਹੀ ਪਾਸੇ ਲਿਜਾ ਕੇ ਆਪਣਾ ਵੱਖਰਾ ਇੱਕ ਧਰਨਾ ਲਾ ਕੇ ਇਹਨਾਂ ਵੱਲੋਂ ਬੈਠਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਹਨਾਂ ਦੇ ਬੀਜੇਪੀ ਦੇ ਖਿਲਾਫ ਲੋਕਾਂ ਦਾ ਜਿਹੜਾ ਗੁੱਸਾ ਹੈਗਾ ਤੁਸੀਂ ਬਿਲਕੁਲ ਆਪਣੀਆਂ ਅੱਖਾਂ ਨਾਲ ਵੇਖਿਆ। ਆਪਾਂ ਇੱਕ ਦੋ ਗੱਲਾਂ ਹੋਰ ਇਹਨਾਂ ਵੀਰਾਂ ਦੇ ਨਾਲ ਕਰਾਂਗੇ। ਵੱਖ-ਵੱਖ ਜਥੇਬੰਦੀਆਂ ਦੇ ਆਗੂ, ਸਿੱਖ ਜਥੇਬੰਦੀਆਂ ਦੇ ਆਗੂ ਵੀ ਇੱਥੇ ਆਏ ਹੈਗੇ ਆ। ਗੁਰਨਾਮ ਸਿੰਘ ਸਿੰਗੜੀ ਵਾਲਾ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਉਹ ਵੀ ਆਏ ਨੇ। ਰਾਹੁਲ ਆਦੀਆ ਜੀ, ਹੋਰ ਸਾਰੇ ਇੱਥੇ ਹੈਗੇ ਆ। ਮੈਂ ਤੁਹਾਡੇ ਕੋਲ ਵੀ ਜਾਣਨਾ ਚਾਹੁੰਦਾ ਹੈਗਾ ਕਿ ਅੱਜ ਇਹ ਜੋ ਕੁਝ ਵੀ ਅੱਗੇ ਆ ਜਾਓ, ਹਾਂਜੀ, ਅੱਜ ਜੋ ਕੁਝ ਵੀ ਹੋ ਰਿਹਾ ਹੈਗਾ, ਇਹਨਾਂ ਵੀਰਾਂ ਦਾ ਕਹਿਣਾ ਹੈਗਾ ਕਿ ਸਿੰਗੜੇ ਵਾਲਾ ਜੀ ਵੀਰਾਂ ਦਾ ਕਹਿਣਾ ਹੈਗਾ ਕਿ ਬਿਲਕੁਲ ਵੀ ਕਿਸੇ ਨੂੰ ਭਿਣਕ ਨਹੀਂ ਪੈਣ ਦਿੱਤੀ ਗਈ। ਆ ਕੇ ਇਹਨਾਂ ਨੇ ਸਾਰਾ ਕੁਝ ਕੀਤਾ। ਅੱਜ ਇਹਨਾਂ ਵੱਲੋਂ ਸ਼ੁੱਧੀਕਰਨ ਕੀਤਾ ਗਿਆ ਹੈਗਾ, ਦੁੱਧ ਦੇ ਨਾਲ ਡਾਕਟਰ ਅੰਬੇਦਕਰ ਜੀ ਦਾ ਸਟੈਚੂ ਧੋਤਾ ਗਿਆ। ਕੀ ਕਹਿਣਾ ਚਾਹੁੰਦੇ ਹੋ? ਮੈਂ ਇਹਨਾਂ ਨਾਲ ਗੱਲ ਕੀਤੀ ਸੀ ਕਿ ਕੀ ਬੀਜੇਪੀ ਦੇ ਜਿਹੜੇ ਆਗੂ ਹੈਗੇ ਆ ਉਹਨਾਂ ਨੂੰ ਹੱਕ ਨਹੀਂ ਹੈਗਾ ਕਿ ਉਹ ਆ ਕੇ ਇਹ ਹਾਰ ਪਾ ਸਕਣ ਡਾਕਟਰ ਅੰਬੇਦਕਰ ਜੀ ਦੇ ਉੱਪਰ? ਬਿਲਕੁਲ ਇਹਨਾਂ ਨੂੰ ਕੋਈ ਹੱਕ ਨਹੀਂ ਹੋ, ਕਿਉਂਕਿ ਜਿੱਦਾਂ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਜਿਸ ਤਰੀਕੇ ਦੇ ਨਾਲ ਇਹੋ ਸਦੀਆਂ ਤੋਂ ਦਲਿਤ ਸਮਾਜ ਦੇ ਨਾਲ ਜ਼ੁਲਮ ਕਰਦੇ ਆ ਰਹੇ ਆ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਬਹੁਤ ਹੀ ਵਧੀਆ ਤਰੀਕੇ ਨਾਲ ਇਹਨਾਂ ਦੇ ਨਾਲ ਲੜਾਈ ਲੜੀ ਆ। ਲੇਕਿਨ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਇਹਨਾਂ ਨੇ ਅਖੀਰ ਦੇ ਉੱਤੇ ਦੇਸ਼ ਬਣਨ ਤੋਂ ਬਾਅਦ, ਸੰਵਿਧਾਨ ਲਾਗੂ ਹੋਣ ਤੋਂ ਬਾਅਦ, ਜਦੋਂ ਉਹ ਬਣਿਓ ਸੀਗੇ, ਲਾਅ ਮਿਨਿਸਟਰ ਬਣਿਓ ਸੀਗੇ, ਉਸ ਵੇਲੇ ਇਹਨਾਂ ਨੇ ਕੋਈ ਨਹੀਂ ਚੱਲਣ ਦਿੱਤੀ। ਜਿਸਲੇ ਉਹਨੇ ਦੇਖਿਆ ਕਿ ਵੀ ਸਾਡੇ ਸਮਾਜ ਦੇ ਨਾਲ, ਘੱਟ ਗਿਣਤੀਆਂ ਨਾਲ, ਦਲਿਤ ਸਮਾਜ ਦੇ ਨਾਲ ਬਹੁਤ ਵੱਡਾ ਧੋਖਾ ਹੋ ਗਿਆ, ਉਸ ਤੋਂ ਬਾਅਦ ਬਾਬਾ ਸਾਹਿਬ ਨੇ ਇਹ ਗੱਲ ਕਹਿਤੀ ਕਿ ਬਈ ਮੈਂ ਹਿੰਦੂ ਪੈਦਾ ਜ਼ਰੂਰ ਹੋਇਆ ਪਰ ਮੈਂ ਹਿੰਦੂ ਮਰੂੰਗਾ ਨਹੀਂ। ਉਹ ਬਾਬਾ ਸਾਹਿਬ ਦੀ ਇਹਨਾਂ ਦੇ ਪ੍ਰਤੀ ਨਫ਼ਰਤ ਦਾ ਜਿਹੜੀ ਸੀਗੀ ਔਰ ਗੁੱਸਾ ਸੀਗਾ, ਉਹਦਾ ਉਸ ਪ੍ਰਗਟਾਵਾ ਸੀ। ਅੱਜ ਜਿਹੜੇ ਸਾਡੇ ਵੀਰਾਂ ਨੇ ਉਹ ਜਿਹੜਾ ਕੀਤਾ ਸ਼ੁੱਧੀਕਰਨ, ਇਹ ਬਹੁਤ ਜ਼ਰੂਰੀ ਸੀਗਾ। ਇਹਨਾਂ ਕੋਈ ਇਹ ਲੋਕ ਜਿਹੜੇ ਕਾਤਲ ਆ, ਘੱਟ ਗਿਣਤੀਆਂ ਦੇ ਦਲਿਤਾਂ ਦੇ ਜਿਹੜੇ ਕਾਤਲ ਆ, ਇਹਨਾਂ ਨੂੰ ਕੋਈ ਹੱਕ ਨਹੀਂ ਹੋ ਸਾਡੇ ਇਸ ਇਦਾਂ ਦੇ ਮਹਾਨ ਰਹਿਬਰਾਂ ਦੇ ਉਹ ਇਹ ਹਾਰ ਪਾਉਣ ਦੇ। ਕਿਉਂਕਿ ਪਿੱਛੇ ਅਸੀਂ ਲੰਮਿਆ ਇਤਿਹਾਸ ਦੇਖਦੇ ਹਾਂ। ਬੇਸ਼ੱਕ ਯੂਪੀ ਦੇ ਹਾਥਰਸ ਦੇ ਵਿੱਚ ਜਿਸ ਤਰੀਕੇ ਨਾਲ ਸਾਡੀ ਉਸ ਬੇਟੀ ਦਾ ਮਤਲਬ ਘਿਨਾਉਣੇ ਢੰਗ ਨਾਲ ਪਹਿਲਾਂ ਰੇਪ ਹੁੰਦਾ, ਫਿਰ ਜਿੰਨਾ ਉਹਦੇ ਘਿਨਾਉਣੇ ਢੰਗ ਦੇ ਨਾਲ ਉਹਦਾ ਕਤਲ ਹੁੰਦਾ ਆ, ਤੇ ਬਾਕੀ ਸੂਬਿਆਂ ਦੇ ਵਿੱਚ ਵੀ ਕੋਈ ਘੱਟ ਨਹੀਂ ਹੋ। ਰਾਜਸਥਾਨ ਦੇ ਵਿੱਚ ਇੱਕ ਦਲਿਤ ਨੌਜਵਾਨ ਅਗਰ ਮੁੱਛ ਰੱਖ ਲੈਂਦਾ ਤਾਂ ਉਹਨੂੰ ਕਤਲ ਕਰ ਦਿੱਤਾ ਜਾਂਦਾ। ਅਗਰ ਵਿਆਹ ਦੇ ਵਿੱਚ ਘੋੜੀ ਦੇ ਉੱਤੇ ਚੜ੍ਹਦਾ ਆ ਅਗਰ ਦਲਿਤ ਅੱਜ ਵੀ, ਤੇ ਉਹਨੂੰ ਜਲੀਲ ਕੀਤਾ ਜਾਂਦਾ ਆ। ਮਤਲਬ ਇਹ ਨਿੱਤ ਦੀਆਂ ਘਟਨਾਵਾਂ ਆ, ਇਹਦਾ ਕੋਈ ਵੀ ਅੱਜ ਤੱਕ ਜਿਹੜਾ ਆ ਵੀ ਕੋਈ ਪਾਬੰਦੀ ਨਹੀਂ ਹੋ। ਖਾਸ ਤੌਰ ਤੇ ਜਿੱਥੇ ਭਾਜਪਾ ਸ਼ਾਸਿਤ, ਜਿੱਥੇ ਭਾਜਪਾ ਦੀ ਰਾਜ ਵਾ, ਉੱਥੇ ਤਾਂ ਮਤਲਬ ਹੱਦ ਤੋਂ ਵੱਧ ਜਿਹੜਾ ਆ ਉਹ ਦਲਿਤ ਭਾਈਚਾਰੇ ਤੇ ਘੱਟ ਗਿਣਤੀਆਂ ਉੱਤੇ ਲਗਾਤਾਰ ਜਿਹੜਾ ਜ਼ੁਲਮ ਹੋ ਰਿਹਾ। ਅੱਛਾ, ਕੀ ਲੱਗਦਾ ਤੁਹਾਨੂੰ ਕਿ ਵਿਜੇ ਸਾਂਪਲਾ, ਬੀਜੇਪੀ ਦੇ ਜਿਹੜੇ ਆਗੂ ਹੈਗੇ ਨੇ, ਸਾਬਕਾ ਕੇਂਦਰੀ ਮੰਤਰੀ, ਉਹਨਾਂ ਵੱਲੋਂ ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈਗਾ ਕਿ ਪੰਜਾਬ ਦੇ ਵਿੱਚ ਇੱਕ ਦਲਿਤ ਪੱਤਾ ਖੇਡਿਆ ਜਾ ਰਿਹਾ ਉਹਨਾਂ ਵੱਲੋਂ? ਕੀ ਲੱਗਦਾ ਤੁਹਾਨੂੰ ਕਿ ਉਹ ਲੋਕਾਂ ਦੇ ਵਿੱਚ ਆਧਾਰ ਆਪਣਾ ਕਾਇਮ ਕਰ ਸਕਣਗੇ, ਖਾਸ ਕਰਕੇ ਦਲਿਤ ਭਾਈਚਾਰੇ ਦੇ ਲੋਕਾਂ 'ਚ? ਮੈਂ ਸਮਝਦਾ ਬਿਲਕੁਲ ਇਹੋ ਗੱਲ ਜਿਹੜੀ ਆ ਇਦਾਂ ਨਹੀਂ ਹੋਣੀ। ਦਲਿਤ ਸਮਾਜ ਜਿਹੜਾ ਪੰਜਾਬ ਦਾ ਬਹੁਤ ਚੇਤਨ ਵਾ, ਉਹ ਆਪਣਾ ਚੰਗਾ ਬੁਰਾ ਉਹਨਾਂ ਨੂੰ ਸਭ ਪਤਾ ਆ ਵੀ ਉਹਨਾਂ ਦਾ ਹਤੈਸ਼ੀ ਕੌਣ ਆ ਤਾਂ ਉਹਨਾਂ ਦਾ ਮਤਲਬ ਉਹਨਾਂ ਦਾ ਦੁਸ਼ਮਣ ਕੌਣ ਆ। ਇਸ ਕਰਕੇ ਤੁਸੀਂ ਇੱਕ ਵਾਰੀ ਮਾੜੀ ਜਿਹੀ ਪੋਸਟ ਪਾ ਕੇ ਦੇਖੋ ਇਹਨਾਂ ਦੇ ਖਿਲਾਫ ਜਾਂ ਇਹਨਾਂ ਦੀ ਸੰਬੰਧ ਦੇ ਵਿੱਚ, ਤੁਹਾਨੂੰ ਆਪੇ ਜਿੱਦਾਂ ਥੱਲੇ ਜਿਹੜੀ ਸਾਰੀ ਵਿਚਾਰ ਜਿਹੜੇ ਉਹ ਇਹਨਾਂ ਨੂੰ ਕਿੱਦਾਂ ਨਿੰਦਿਆ ਹੁੰਦਾ, ਭਿੱਟਿਆ ਹੁੰਦਾ। ਔਰ ਇਹ ਗਦਾਰ ਜਿਹੜੇ ਹੈਗੇ ਆ, ਹਾਂਜੀ, ਕੌਮ ਦੇ, ਉਹਨਾਂ ਨੂੰ ਬੜਾ, ਜਦੋਂ ਇਹੋ ਪਾਰਲੀਮੈਂਟ ਦੇ ਵਿੱਚ ਹੁੰਦੇ, ਜਦੋਂ ਮਿਨਿਸਟਰ ਹੁੰਦੇ, ਉਦੋਂ ਸਮਾਜ ਦਾ ਨਹੀਂ ਰੱਤੀ ਭਰ ਵੀ ਕੋਈ ਭਲਾ ਨਹੀਂ ਕੀਤਾ। ਫਗਵਾੜੇ ਦੇ ਵਿੱਚ ਦੀ ਘਟਨਾ ਆ, ਜਿਸ ਢੰਗ ਤਰੀਕੇ ਦੇ ਨਾਲ ਵਿਜੇ ਸਾਂਪਲੇ ਹੋਣੀ ਤੇ ਜਿੱਦਾਂ ਸੋਮ ਪ੍ਰਕਾਸ਼ ਹੋਣੀ, ਉਹ ਸਾਡੇ ਵਾਲਾ ਨੌਜਵਾਨ ਜਿਹੜਾ ਬੋਧੀ ਜਿਹੜਾ ਉਹ ਮਾਰਿਆ ਗਿਆ ਸੀਗਾ, ਉਹ ਕਿੱਦਾਂ ਉਹਨਾਂ ਕਾਤਲਾਂ ਦੀ ਪੁਸ਼ਤ ਪਨਾਹੀ ਕੀਤੀ, ਇਹ ਕਿਸੇ ਤੋਂ ਛੁਪਿਆ ਹੋਇਆ ਨਹੀਂ। ਉਹ ਸਾਰੀਆਂ ਘਟਨਾਵਾਂ ਅਸੀਂ ਦੇਖ ਸਕਦੇ, ਇੱਕ ਨਹੀਂ ਹਜ਼ਾਰਾਂ ਹੀ ਘਟਨਾਵਾਂ ਆ, ਲੱਖਾਂ ਹੀ ਘਟਨਾਵਾਂ ਇੱਦਾਂ ਦੀਆਂ ਜਿਹੜੀ ਇਹਨਾਂ ਦੇ ਹੱਥ ਜਿਹੜੇ ਆ ਘੱਟ ਗਿਣਤੀਆਂ ਦੇ ਨਾਲ, ਦਲਿਤਾਂ ਦੇ ਖੂਨ ਦੇ ਨਾਲ ਰੰਗੇ ਹੋਏ ਆ। ਜੀ, ਮੇਰੇ ਨਾਲ ਹੋਰ ਵੀਰ ਵੀ ਹੈਗੇ ਆ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਅਸ਼ੋਕ ਸੱਲਣ ਜੀ ਮੇਰੇ ਨਾਲ ਹੈਗੇ ਨੇ। ਸੱਲਣ ਜੀ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਹੈਗਾ ਕਿ ਜੀ, ਬੇਗਮਪੁਰਾ ਟਾਈਗਰ ਫੋਰਸ ਦੇ ਵੀਰ ਹੈਗੇ ਨੇ, ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਕਿ
ਤੁਹਾਡੇ ਮਨ ਵਿੱਚ ਇਹਨਾਂ ਨੂੰ ਲੈ ਕੇ ਗੁੱਸਾ ਹੈਗਾ ਵੀ ਇਹ ਜਿਹੜੇ ਘੱਟ ਗਿਣਤੀ ਕੌਮਾਂ ਹੈਗੀਆਂ ਨੇ ਜਾਂ ਦਲਿਤ ਭਾਈਚਾਰੇ ਦੇ ਲੋਕ ਹੈਗੇ ਉਹਨਾਂ ਦੇ ਨਾਲ ਖੜਦੇ ਨਹੀਂ ਹੈਗੇ, ਉਹਨਾਂ ਦੇ ਦੁੱਖ ਵਿੱਚ ਸ਼ਰੀਕ ਨਹੀਂ ਹੁੰਦੇ ਹੈਗੇ। ਪਰ ਮੈਂ ਵੇਖ ਰਿਹਾ ਸੀਗਾ ਪਿਛਲੇ ਦਿਨਾਂ ਤੋਂ ਵਿਜੇ ਸੰਪਲਾ ਟਾਂਡੇ ਵੀ ਜਾ ਕੇ ਆਏ ਨੇ, ਜਿਸ ਲੜਕੀ ਦੇ ਨਾਲ ਜ਼ਬਰਦਸਤ ਹੋਇਆ ਉਸ ਤੋਂ ਬਾਅਦ ਉਹਦਾ ਘਿਨੌਣੇ ਢੰਗ ਨਾਲ ਕਤਲ ਕੀਤਾ ਗਿਆ ਹੈਗਾ, ਔਰ ਚੌਂਕ ਦੇ ਵਿੱਚ ਬਹਿ ਕੇ ਉਹ ਜਿਹੜੀ ਸਕਾਲਰਸ਼ਿਪ ਹੈਗੀ ਆ ਉਹਨੂੰ ਲੈ ਕੇ ਵੀ ਇਹਨਾਂ ਨੇ ਧਰਨਾ ਲਾਇਆ ਸੀਗਾ। ਮੈਂ ਤੁਹਾਡੇ ਕੋਲੋਂ ਇਹ ਜਾਣਨਾ ਚਾਹੁੰਦਾ ਹੈਗਾ ਜੇ ਤੁਹਾਡੇ ਮਨਾਂ ਵਿੱਚ ਇਹਨਾਂ ਦੇ ਪ੍ਰਤੀ ਗੁੱਸਾ ਹੈਗਾ ਵੀ ਇਹ ਲੋਕ ਹਾਥੀ ਦੇ ਦੰਦ ਦਿਖਾਉਣ ਦੇ ਹੋਰ ਆ ਤੇ ਖਾਣ ਦੇ ਹੋਰ ਹੈਗੇ ਆ, ਫਿਰ ਜਿਹੜੇ ਲੋਕ ਦਲਿਤ ਭਾਈਚਾਰੇ ਦੇ ਲੋਕ ਹੈਗੇ ਉਹ ਵੀ ਜਿਹੜੇ ਇਹਨਾਂ ਦੇ ਆਲੇ ਦੁਆਲੇ ਖੜੇ ਹੁੰਦੇ ਆ, ਇਹਨਾਂ ਦਾ ਸਾਥ ਦਿੰਦੇ ਨੇ, ਜਿਹੜੇ ਉਹਨਾਂ ਨੂੰ ਕੁਝ ਕਹਿਣਾ ਚਾਹੁੰਦੇ ਹੋ? ਸਭ ਤੋਂ ਪਹਿਲਾਂ ਤਾਂ ਜੋ ਇਹ ਇੱਕ ਬਹੁਤ ਵੱਡੀ ਰਾਜਨੀਤੀ ਖੇਲਦੇ ਪਏ ਆ, ਇਹਨਾਂ ਦਾ ਜੋ ਹੁਣ ਸਕਾਲਰਸ਼ਿਪ ਤੇ ਉਹ ਜੋ ਲੜਾਈ ਲੜਦੇ ਪਏ ਆ, ਕੁਝ ਵੀ ਕਰਦੇ ਪਏ ਆ, ਇਹਨਾਂ ਦਾ ਮੇਨ ਮਕਸਦ ਆ ਜੋ ਦਲਿਤ ਕਿਸਾਨ ਭਾਈਚਾਰਾ ਜੋ ਸਿੱਖ ਭਾਈਚਾਰਾ ਇਕੱਠਾ ਹੋ ਰਿਹਾ, ਇਹ ਉਹਨਾਂ ਦੀ ਫੁੱਟ ਪਾਉਣੀ ਚਾਹੁੰਦੇ ਆ। ਇੱਕ ਮਕਸਦ ਆ, ਇਸੇ ਮਕਸਦ ਨੂੰ ਲੈ ਕੇ ਉਹ ਇਹ ਤੁਰੇ। ਕਿਉਂ ਜੇ ਅਗਰ ਇੰਨਾ ਹੀ ਦੁੱਖ ਸੀ ਸੰਪਲਾ ਸਾਹਿਬ ਨੂੰ ਆਪਣੇ ਦਲਿਤਾਂ ਦਾ, ਤਾਂ ਜੋ ਕਿੰਨੀਆਂ ਘਟਨਾ ਹੋਈਆਂ ਪਿੱਛੇ, ਹਾਥਰਸ ਦੀ ਘਟਨਾ ਹੋਈ, ਲੜਕੀ ਦਾ ਰੇਪ ਹੋਇਆ, ਮੱਧ ਪ੍ਰਦੇਸ਼ 'ਚ ਹੋਰ ਕਿੰਨੀਆਂ ਘਟਨਾ ਹੋਈਆਂ, ਉੱਥੇ ਕਿਉਂ ਨਹੀਂ ਕੋਈ ਬਿਆਨ ਆਇਆ? ਕਿਉਂ ਨਹੀਂ ਇਹਨੇ ਬੀਜੇਪੀ ਦਾ ਵਿਰੋਧ ਕੀਤਾ? ਇਹਨੂੰ ਚਾਹੀਦਾ ਹੈਗਾ ਪੰਜਾਬ ਨੂੰ ਛੱਡ ਕੇ ਉੱਥੇ ਯੂਪੀ ਜਾਵੇ, ਉੱਥੇ ਐਮਪੀ ਜਾਵੇ, ਉੱਥੇ ਜਾ ਕੇ ਬੀਜੇਪੀ ਦੇ ਖਿਲਾਫ ਰੈਲੀਆਂ ਕਰੇ। ਅਗਰ ਜੇ ਦਲਿਤਾਂ ਦਾ ਇਹਦੇ ਦਿਲ 'ਚ ਥੋੜਾ ਵੀ ਦਰਦ ਹੈਗਾ, ਕਿਉਂਕਿ ਇਹ ਇੱਕ ਰਾਜਨੀਤੀ ਵਾਲਾ ਬੰਦਾ ਹੈ, ਇਹਨੇ ਕੁਛ ਨਹੀਂ ਲੈਣਾ ਦਲਿਤਾਂ ਤੋਂ। ਔਰ ਜਿੰਨੇ ਵੀ ਇਹਦੇ ਆਲੇ ਦੁਆਲੇ ਬੰਦੇ ਹੈਗੇ ਆ ਜੋ ਦਲਿਤ ਆ, ਉਹ ਵੀ ਡਰਾਮੇ ਕਰਦੇ ਪਏ ਆ, ਔਰ ਉਹ ਗਰਦਾਰ ਆ ਜੀ, ਕੌਮ ਦੇ ਗਰਦਾਰ ਬੰਦੇ ਕਹਿ ਸਕਦੇ ਆਪਾਂ ਨੂੰ। ਉਹਨਾਂ ਦਾ ਇੱਕੋ ਮਕਸਦ ਆ, ਪਾੜੋ ਰਾਜ ਕਰੋ। ਔਰ ਉਹ ਜੋ ਹੁਣ ਇੱਕ ਇਕੱਠ ਹੋ ਰਿਹਾ, ਕਿਸਾਨ ਮਜ਼ਦੂਰ ਯੂਨੀਅਨ ਸੰਘਰਸ਼ ਕਮੇਟੀ ਬਣੀ ਆ, ਉਹ ਇਹਨਾਂ ਤੋੜਨਾ ਚਾਹੁੰਦੇ ਵੀ ਜੋ ਭਾਈਚਾਰਾ ਕਾਇਮ ਹੋ ਰਿਹਾ ਵੀ ਭਾਈਚਾਰਾ ਕਿਸੇ ਤਰ੍ਹਾਂ ਖਤਮ ਕੀਤਾ ਜਾਵੇ ਜੀ। ਸੋ ਇਹਨਾਂ ਦਾ ਕਹਿਣਾ ਹੈਗਾ ਕਿ ਉਹਨਾਂ ਵੱਲੋਂ ਉਹ ਜਿਹੜੇ ਲੋਕ ਨਾਲ ਉਹਨਾਂ ਦਾ ਸਾਥ ਦਿੰਦੇ ਹੈਗੇ ਆ, ਇਹਨਾਂ ਦਾ ਕਹਿਣਾ ਹੈਗਾ ਕਿ ਉਹ ਲੋਕ ਗੱਦਾਰ ਨੇ, ਔਰ ਉਹਨਾਂ ਲੋਕਾਂ ਨੂੰ ਮੇਰੇ ਨਾਲ ਹੋਰ ਵੀਰ ਹੈਗੇ ਨੇ, ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ ਇਸ ਸੰਬੰਧ ਦੇ ਵਿੱਚ। ਵੀਰ ਕੀ ਕਹਿਣਾ ਚਾਹੁੰਦੇ ਹੋ? ਅੱਜ ਸ਼ੁੱਧੀਕਰਨ ਕੀਤਾ ਗਿਆ ਦੁੱਧ ਦੇ ਨਾਲ, ਔਰ ਮੇਰੇ ਦਿਮਾਗ 'ਚ ਇੱਦਾਂ ਘੁੰਮਦਾ ਸੀਗਾ ਕਿ ਬੀਜੇਪੀ ਵਾਲੇ ਜਿਹੜੇ ਹੈਗੇ ਉਹਨਾਂ ਵੱਲੋਂ ਕਿਹਾ ਜਾਂਦਾ ਹੈਗਾ ਭਈ ਇੱਕ ਦੇਸ਼ ਇੱਕ ਰਾਸ਼ਟਰ ਇੱਕ ਝੰਡਾ ਇੱਕ ਭਾਸ਼ਾ, ਇੱਦਾਂ ਦੀ ਗੱਲ ਕੀਤੀ ਜਾਂਦੀ ਆ। ਜੇ ਦਲਿਤ ਭਾਈਚਾਰੇ ਦੇ ਹੈਗੇ ਨੇ ਰਾਸ਼ਟਰਪਤੀ, ਜੇ ਉਹ ਮੰਦਿਰ ਦੀਆਂ ਪੌੜੀਆਂ ਦੇ ਉੱਪਰ ਚੜ੍ਹਦੇ ਆ ਤਾਂ ਉਹਨਾਂ ਦੇ ਮੁਤਾਬਕ ਮੰਦਿਰ ਪਿੱਟਿਆ ਗਿਆ, ਫਿਰ ਉਹ ਧੋਂਦੇ ਹੈਗੇ ਆ, ਸਾਰਾ ਕੁਝ ਕਰਦੇ ਹੈਗੇ ਆ। ਅੱਜ ਇੱਥੇ ਸ਼ੁੱਧੀਕਰਨ ਕੀਤਾ ਗਿਆ, ਮੇਰੇ ਦਿਮਾਗ 'ਚੋਂ ਸਾਰਾ ਸੀਨ ਘੁੰਮਦਾ ਸੀਗਾ ਵੀ ਸ਼ੁੱਧੀਕਰਨ ਦਾ ਮਤਲਬ ਕੀ ਹੈਗਾ ਇੱਥੇ ਹੁਣ ਜੋ ਕੀਤਾ ਗਿਆ। ਦੇਖੋ ਜੀ, ਬਾਬਾ ਸਾਹਿਬ ਅੰਬੇਡਕਰ ਨੂੰ ਬੀਜੇਪੀ ਉਦੋਂ ਹੀ ਯਾਦ ਕਰਦੀ ਹੈ ਜਦੋਂ ਉਹਨਾਂ ਨੂੰ ਵੋਟ ਬੈਂਕ ਗਿਰਦਾ ਨਜ਼ਰ ਆਉਂਦਾ ਹੋਵੇ, ਜਾਂ ਕੋਈ ਸਪੈਸ਼ਲ ਓਕੇਸ਼ਨ ਤੇ ਬਾਬਾ ਸਾਹਿਬ ਅੰਬੇਡਕਰ ਦੇ ਪ੍ਰੀ ਨਿਰਵਾਣ ਦਿਵਸ ਤੇ ਜਾਂ ਉਹਨਾਂ ਦੇ ਬਰਥ ਡੇਟ ਤੇ ਉਹ ਜਾ ਕੇ ਫੁੱਲ ਮਾਲਾ ਅਰਪਿਤ ਕਰਦੇ ਆ। ਕਿਉਂਕਿ ਜਿਹੜਾ ਨਵਾਂ ਸ਼ਹਿਰ ਦੀ ਕੰਟਰੋਵਰਸੀ ਹੋਈ ਆ, ਉਹਦੇ ਵਿੱਚ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਮਨੂ ਵਾਇਰਸ ਤੋਂ ਮੁਕਤ ਹੋਣ ਦੇ ਲਈ, ਮਨੂ ਵਾਇਰਸ ਸੀਗਾ ਜਿਹੜਾ ਉੱਥੇ ਦਾ, ਉਹਨਾਂ ਨੂੰ ਦੜਾਇਆ ਉੱਥੋਂ, ਔਰ ਬਾਬਾ ਸਾਹਿਬ ਦੀ ਮੂਰਤੀ ਨੂੰ ਜਿਹੜਾ ਹੱਥ ਤੱਕ ਵੀ ਲਾ ਨਹੀਂ ਦਿੱਤਾ। ਜਿਹੜਾ ਕਿਸਾਨ ਭਾਈਚਾਰਾ, ਸਿੱਖ ਭਾਈਚਾਰਾ, ਉਹਨਾਂ ਨੇ ਇੱਕ ਏਕੇ ਦਾ ਸੰਕੇਤ ਦੇ ਦਿੱਤਾ ਕਿ ਅਸੀਂ ਬਾਬਾ ਸਾਹਿਬ ਅੰਬੇਡਕਰ ਦੀ ਵਿਚਾਰਧਾਰਾ ਦੇ ਨਾਲ ਚੱਲਣਾ, ਤੇ ਅਸੀਂ ਇਹ ਮਨੂ ਵਾਇਰਸ ਆ ਜਿਹੜਾ ਉਹਨੂੰ ਹੱਥ ਵੀ ਨਹੀਂ ਲਾਣ ਦੇਣਾ ਬਾਬਾ ਸਾਹਿਬ ਅੰਬੇਡਕਰ ਨੂੰ। ਇਹ ਜਿਹੜਾ ਢੋਂਗ ਹੈ ਉਹਨਾਂ ਦਾ, ਠੀਕ ਹੈ ਜੀ, ਇਹ ਢੋਂਗ ਤੋਂ ਭਲੀ ਭਾਤੀ ਦਲਿਤ ਸਾਰੇ ਹੁਣ ਜਾਗਰਿਤ ਆ, ਕਿਉਂਕਿ ਇਹ ਨਾਲ ਹੀ ਵਾਲਮੀਕੀ ਮੁਹੱਲਾ ਆ। ਵਾਲਮੀਕੀ ਮੁਹੱਲੇ ਦੇ ਵਿੱਚ ਕਿਸੇ ਵੀ ਜਿਹੜਾ ਆਗੂ ਆ, ਦਲਿਤ ਆਗੂ ਆ, ਜਾਂ ਕਿਸੇ ਨੂੰ ਵੀ ਇੰਟੀਮੇਸ਼ਨ ਨਹੀਂ ਦਿੱਤਾ ਗਿਆ ਕਿ ਅਸੀਂ ਇੱਥੇ ਆ ਕੇ ਬਾਬਾ ਸਾਹਿਬ ਅੰਬੇਡਕਰ ਦੀ ਮੂਰਤੀ ਤੇ ਫੁੱਲ ਮਾਲਾ ਅਰਪਿਤ ਕਰ ਰਹੇ ਹਾਂ। ਚੋਰਾਂ ਵਾਂਗੂ ਆਏ ਆ, ਚੋਰਾਂ ਵਾਂਗੂ ਗਏ ਆ। ਜਾਂ ਤਾਂ ਇਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਇੱਥੋਂ ਦਲਿਤ ਨੂੰ ਨਾਲ ਲੈ ਕੇ ਜਾਂਦੇ, ਕਿਉਂਕਿ ਟੋਟਲੀ ਜਿਹੜਾ ਮੇਰੇ ਹਿਸਾਬ ਦੇ ਨਾਲ ਜਿਹੜਾ ਇਹਨਾਂ ਨੇ ਐਜੀਟੇਸ਼ਨ ਵੀ ਲਿਖਿਆ ਪਿਆ ਸੀ ਕੈਪਟਨ ਦੀ ਕੋਠੀ ਦੇ ਘਰਾਓ ਦਾ, ਜਲੰਧਰ ਦੇ ਵਿੱਚ ਹੀ ਕਿਉਂ ਬਲੌਕ ਕਰ ਦਿੱਤਾ ਗਿਆ? ਕਿਉਂਕਿ ਟੋਟਲ ਸਟਰੈਂਥ ਜਿਹੜੀ ਆ ਵਾਲਮੀਕੀ ਭਾਈਚਾਰੇ ਦੀ, ਰਵਿਦਾਸੀਆ ਭਾਈਚਾਰੇ ਦੀ, ਜਾਂ ਟੋਟਲੀ ਐਸੀ ਭਾਈਚਾਰਾ ਇਹਨਾਂ ਦੇ ਨਾਲ ਉਸ ਮੋਰਚੇ ਦੇ ਵਿੱਚ ਨਹੀਂ ਖੜਾ ਹੋਇਆ। ਇਹ ਕੁਝ ਕੁ ਚਿਹਰੇ ਸੀ, ਜਨਰਲ ਵਰਗ ਦਾ ਹੀ ਚਿਹਰਾ ਜਿਹੜਾ ਐਸੀ ਮੋਰਚੇ ਦੇ ਵਿੱਚ ਆਇਆ, ਕਿਉਂਕਿ ਇਹ ਹੁਣ ਦੁਬਾਰਾ ਰਿਵਿਊ ਕਰਦੇ ਪਏ ਆ ਕਿ ਸਾਡੀ ਜਿਹੜਾ ਐਸੀ ਮੋਰਚਾ ਆ ਉਹ ਫੇਲ ਹੋ ਗਿਆ ਬੀਜੇਪੀ ਦਾ। ਐਸੀ ਮੋਰਚਾ ਫੇਲ ਹੋਣ ਦੇ ਨਾਲ ਇਹ ਬੀਜੇਪੀ ਦਾ ਗ੍ਰਾਫ ਥੱਲੇ ਡਿੱਗਿਆ। ਜੇ ਚੋਰਾਂ ਵਾਂਗੂ ਅੱਜ ਆ ਕੇ ਇਹ ਇੱਥੇ ਮੂਰਤੀ ਤੇ ਫੁੱਲ ਮਾਲਾ ਅਰਪਿਤ ਕਰਕੇ ਗਿਆ, ਫੁੱਲ ਮਾਲਾ ਅਰਪਿਤ ਕਰਨ ਦਾ ਕਾਰਨ ਕੀ ਹੈ? ਜ਼ਿਆਦਾ ਤੁਸੀਂ ਬਹੁਤ ਵੱਡੀ ਜਿੱਤ ਲੈ ਕੇ ਆਏ ਹੋ, ਜ਼ਿਆਦਾ ਤੁਸੀਂ ਸਮਾਜ ਲਈ ਬਹੁਤ ਵੱਡੀ ਦੇਣ ਦਿੱਤੀ ਹੈ। ਲੜਕਿਆਂ ਦੇ ਨਾਲ ਓਪਨ ਉਹ ਹੋ ਰਹੇ ਆ, ਬਲਾਤਕਾਰ ਹੋ ਰਹੇ ਆ, ਲਾਇਨ ਆਰਡਰ ਤੁਹਾਡਾ ਫੇਲ ਆ, ਠੀਕ ਹੈ ਜੀ। ਤੁਸੀਂ ਖੁਦ ਹੀ ਕੁੜੀਆਂ ਸਾੜ ਰਹੇ ਹੋ, ਖੁਦ ਹੀ ਜਾਲ ਰਹੇ ਹੋ। ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਜਿਹੜਾ ਮੁੱਦਾ ਆ ਪੰਜਾਬ ਦੇ ਵਿੱਚ ਜਾਣ ਕੇ ਖਰਾਬ ਕਰ ਰਹੇ ਹੋ, ਜਦ ਕਿ ਸੈਂਟਰ ਨੇ ਉਹ ਸਕੀਮ ਤਾਂ ਬੰਦ ਕਰ ਦਿੱਤੀ ਪਈ ਆ। ਇਹ ਤਾਂ ਓਪਨ ਡਿਬੇਟ ਦੇ ਲਈ ਆਪਾਂ ਚੈਲੰਜ ਕਰਦੇ ਹਾਂ ਵੀ ਕਿਤੇ ਵੀ ਬੈਠ ਕੇ ਗੱਲ ਕਰਨ ਵੀ ਜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸੈਂਟਰ ਨੇ ਲਾਗੂ ਕੀਤੀ ਪਈ ਆ ਤੇ ਸੈਂਟਰ ਦੀ ਲਾਗੂ ਕੀਤੀ ਪਈ ਸਕੀਮ ਸਟੇਟ 'ਚ ਕਿਉਂ ਨਹੀਂ ਲਾਗੂ ਹੁੰਦੀ ਪਈ? ਕਿਉਂਕਿ ਮੋਦੀ ਨੇ ਆਉਂਦੇ ਹੀ 2014 ਦੇ ਵਿੱਚ ਪੋਸਟ ਮੈਟ੍ਰਿਕ ਸਕਾਲਰਸ਼ਿਪ ਬੰਦ ਕਰ ਦਿੱਤੀ ਹੈ। ਤੇ ਜੇ ਸੈਂਟਰ ਨੇ ਬੰਦ ਕਰ ਦਿੱਤੀ ਪਈ ਹੈ ਤੇ ਪੰਜਾਬ ਦੇ ਵਿੱਚ ਡਰਾਮਾ ਕਿਉਂ ਸੈਂਟਰ ਦੀ ਸਕੀਮ
ਸਕੀਮ ਦਾ ਬਾਰ-ਬਾਰ ਲਾ ਰਹੇ ਆ। ਇਹ ਤਾਂ ਇਹ ਆ ਵੀ ਸਾਡੇ ਲੋਕਾਂ ਦੇ ਵਿੱਚ ਜਾਗ੍ਰਿਤੀ ਬਹੁਤ ਘੱਟ ਹੈ। ਜਾਗ੍ਰਿਤੀ ਹੋਣ ਕਰਕੇ ਕਿਉਂਕਿ ਬੱਚੇ ਇੰਨੇ ਅਵੇਅਰ ਨਹੀਂ ਆ ਕਿ ਬੀਜੇਪੀ ਨੇ ਸਾਡੀ ਉੱਥੋਂ ਸੈਂਟਰ ਤੋਂ ਪੋਸਟ ਮੈਟ੍ਰਿਕ ਸਕਾਲਰਸ਼ਿਪ ਬੰਦ ਕਰ ਦਿੱਤੀ ਪਈ ਆ। ਪਰ ਪੰਜਾਬ 'ਚ ਡਰਾਮਾ ਖੂਬ ਚੱਲ ਰਿਹਾ ਪਿਆ। ਪੰਜਾਬ ਦੇ ਵਿੱਚ ਜਿਹੜਾ ਡਰਾਮਾ ਆ ਉਹ ਦਿਨ ਰਾਤ ਬਿਲਕੁਲ ਡੰਕੇ ਦੀ ਝੋਟ ਨਾਲ ਛਾਤੀ ਠੋਕ ਕੇ ਜਿਹੜਾ ਵਿਜੇ ਸਾਂਪਲਾ ਆ ਦਲਿਤ ਵਰਗ ਦਾ ਬਹੁਤ ਵੱਡਾ ਹਤੈਸ਼ੀ ਬਣਿਆ ਪਿਆ, ਉਹ ਛਾਤੀ ਠੋਕ ਕੇ ਕਹਿ ਰਿਹਾ ਕਿ ਸਾਡੇ ਨਾਲ ਧੱਕਾ ਹੋ ਰਿਹਾ। ਬੰਦਾ ਪੁੱਛਣ ਵਾਲਾ ਹੋਵੇ ਵੀ ਤੂੰ ਸਾਹਮਣੇ ਓਪਨ ਡਿਬੇਟ ਕਰਕੇ ਦੇਖ ਵੀ ਤੇਰੇ ਨਾਲ ਧੱਕਾ ਕਿੱਥੋਂ ਹੋਇਆ, ਜਦ ਤੁਸੀਂ ਹੀ ਬੰਦ ਕਰਾਉਣ ਵਾਲੇ ਆ ਸਕਾਲਰਸ਼ਿਪ ਨੂੰ, ਤੇ ਪੰਜਾਬ 'ਚ ਤੁਸੀਂ ਕਿੱਦਾਂ ਲਾਗੂ ਕਰਾ ਲਓਗੇ? ਜੀ ਬਾਕੀ ਇਹ ਉਹਨਾਂ ਵੱਲੋਂ ਇਦਾਂ ਵੀ ਕਿਹਾ ਜਾ ਰਿਹਾ ਹੈਗਾ ਕਿ ਅਸੀਂ ਮੰਗ ਕਰਦੇ ਆ। ਮੰਗ ਕਿਹਦੇ ਕੋਲੋਂ ਕਰਦੇ ਆ? ਕੇਂਦਰ ਵਿੱਚ ਤੁਹਾਡੀ ਤਾਂ ਸਰਕਾਰ ਹੈਗੀ ਆ, ਤੁਸੀਂ ਕਿਹਦੇ ਕੋਲੋਂ ਮੰਗ ਕਰਦੇ ਆ? ਦੇਖੋ ਜੀ, ਇਹ ਨਾ ਡਿਸਪਿਊਟ ਜਿਹੜਾ ਆ ਸੈਂਟਰ ਬਿਟਵੀਨ ਦ ਸਟੇਟ ਆ, ਇਹ ਜਿਹੜੇ ਪੰਜਾਬ ਦੇ ਔਰ ਬਾਕੀ ਸੂਬਿਆਂ ਦੇ ਮਾਹੌਲ ਵੀ ਖਰਾਬ ਕਰਨਾ ਚਾਹੁੰਦੇ ਆ। ਜਿੱਥੇ ਹੋਰ ਜਿਹੜੀ ਨਾਨ ਬੀਜੇਪੀ ਸਟੇਟ ਆ ਉਹਦੇ ਵਿੱਚ ਇਹ ਲਾਅ ਐਂਡ ਆਰਡਰ ਖਰਾਬ ਕਰਨਾ ਚਾਹੁੰਦੇ ਆ ਤਾਂ ਕਿ ਉੱਥੋਂ ਪ੍ਰੈਜ਼ੀਡੈਂਟ ਜਿਹੜਾ ਰੂਲ ਲਾਗੂ ਕਰ ਦਿੱਤਾ ਜਾਵੇ। ਬਾਕੀ ਤੁਹਾਨੂੰ ਪਤਾ ਹੈ ਵੀ ਪ੍ਰੈਜ਼ੀਡੈਂਟਸ਼ਿਪ ਰੂਲ ਜਿਹੜਾ ਆ, ਠੀਕ ਹੈ ਜੀ, ਗਵਰਨਰ ਰੂਲਿੰਗ ਆ, ਉਹ ਕਿਸ ਤਰੀਕੇ ਨਾਲ ਸਟੇਟ ਦੇ ਵਿੱਚ ਹਜੇ ਸੈਂਟਰ ਦੇ ਵਿੱਚ ਹੀ ਫੇਲ ਆ ਪ੍ਰੈਜ਼ੀਡੈਂਟ, ਤੇ ਉਹ ਸਟੇਟਾਂ ਦੇ ਵਿੱਚ ਕਿੰਨਾ ਕੁ ਸਾਡਾ ਕਤਲੇ ਗਾਰਤ ਹੋਏਗਾ, ਤੇ ਇਹ ਸਿਰਫ ਉਹੀ ਕਰਾਉਣਾ ਚਾਹੁੰਦੇ ਆ, ਹੋਰ ਕੁਝ ਨਹੀਂ ਇਹਨਾਂ ਦਾ। ਅੱਛਾ, ਮੈਂ ਅਖੀਰ ਦੇ ਵਿੱਚ ਕਿਉਂਕਿ ਇਹਨਾਂ ਵੱਲੋਂ ਹੁਣ ਪੱਤਾ ਖੇਡਿਆ ਜਾ ਰਿਹਾ ਹੈਗਾ, ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਇੱਕ ਪੱਤਾ ਖੇਡਿਆ ਜਾ ਰਿਹਾ ਹੈਗਾ, ਦਲਿਤ ਪੱਤਾ। ਹੁਣ ਜੋ ਕੁਝ ਉਹ ਕਰਕੇ ਗਏ ਨੇ, ਬਹੁਤ ਸਾਰੇ ਲੋਕਾਂ ਨੂੰ ਐਂ ਲੱਗਦਾ ਹੋਊਗਾ ਕਿ ਸਾਡੇ ਆਪਣੇ ਭਾਈਚਾਰੇ ਦੇ ਹੈਗੇ ਨੇ ਵਿਜੇ ਸਾਂਪਲਾ ਜੀ, ਬੀਜੇਪੀ ਦੇ ਵਿੱਚ ਹੋਰ ਵੀ ਸਾਡੇ ਆਪਣੇ ਭਾਈਚਾਰੇ ਦੇ ਲੋਕ ਹੈਗੇ, ਚੰਗੇ ਅਹੁਦਿਆਂ ਦੇ ਉੱਪਰ ਹੈਗੇ, ਉਹਨਾਂ ਨੂੰ ਮਾਣ ਸਤਿਕਾਰ ਮਿਲਦਾ, ਔਰ ਉਹ ਸਾਡੇ ਡਾਕਟਰ ਅੰਬੇਦਕਰ ਜੀ ਦੇ ਸਟੈਚੂ ਦੇ ਉੱਪਰ ਆ ਕੇ ਫੁੱਲ ਮਾਲਾ ਅਰਪਣ ਕਰਕੇ ਜਾਂਦੇ ਆ, ਸਾਰਾ ਕੁਝ ਕਰਕੇ ਜਾਂਦੇ ਆ ਸਾਰਾ, ਹਨ। ਉਹਨਾਂ ਨੂੰ ਐਂ ਲੱਗਦਾ ਹੋਊਗਾ, ਬਹੁਤ ਸਾਰੇ ਲੋਕਾਂ ਨੂੰ, ਆਮ ਲੋਕਾਂ ਨੂੰ, ਵੋਟਰਾਂ ਨੂੰ, ਬਈ ਯਾਰ ਸਾਡੇ ਹਤੈਸ਼ੀ ਆ, ਸਾਡੇ ਸਤਿਕਾਰਯੋਗ ਅੰਬੇਦਕਰ ਜੀ ਦੇ ਗਲ ਦੇ ਵਿੱਚ ਹਾਰ ਪਾ ਕੇ ਗਏ ਹੈਗੇ ਆ। ਉਹਨਾਂ ਲੋਕਾਂ ਨੂੰ ਹੈ ਕੁਝ ਤੁਹਾਡੇ ਕੋਲ ਕਹਿਣ ਨੂੰ? ਦੇਖੋ, ਸਿੱਧੀ ਗੱਲ ਤਾਂ ਇਹ ਆ ਕਿ ਜਿਹੜਾ ਇਹ ਬਾਰ-ਬਾਰ ਜਿਹੜਾ ਸਾਡੇ ਦਲਿਤਾਂ ਨੂੰ ਮੋਹਰੇ ਕਰਕੇ, ਸਾਡੇ ਦਲਿਤ ਆਗੂਆਂ ਨੂੰ ਮੋਹਰੇ ਕਰਕੇ, ਚਿਹਰਾ ਬਣਾ ਕੇ, ਸਾਂਪਲਾ ਗੋਤ ਜਾਂ ਹੋਰ ਸਰਨੇਮ ਵਾਲਿਆਂ ਨੂੰ ਮੋਹਰੇ ਕਰਕੇ, ਜਿਹੜੇ ਐਸੀ ਮੋਰਚੇ ਦੇ ਮੋਹਰਿਆਂ ਨੂੰ ਮੋਹਰੇ ਕਰਕੇ ਸਿਰਫ ਇੱਕ ਦਿਖਾਵਾ ਕੀਤਾ ਜਾ ਰਿਹਾ ਕਿ ਇਹ ਦਲਿਤ ਦੀ ਲੜਾਈ ਲੜ ਰਿਹਾ। ਅਸਲ ਦੇ ਵਿੱਚ ਪਿੱਛੇ ਜਿਹੜਾ ਮੇਨ ਇਹਦੇ ਪਿੱਛੇ ਫਾਈਟ ਲੜ ਰਿਹਾ ਉਹ ਆਰਐਸਐਸ ਲੜ ਰਹੀ ਹੈ। ਪਰ ਆਮ ਲੋਕ, ਆਮ ਦਲਿਤ ਭਾਈਚਾਰੇ ਦੇ ਲੋਕ ਸਮਝਣਗੇ ਇਸ ਗੱਲ ਨੂੰ? ਦੇਖੋ, ਆਮ ਦਲਿਤ ਭਾਈਚਾਰਾ ਸਾਰੇ ਪਾਸੇ ਖੜਾ ਹੈ, ਤੁਹਾਨੂੰ ਪਤਾ ਹੀ ਹੈ ਕਿ ਇੱਥੋਂ ਸਾਰਿਆਂ ਨੇ, ਤੁਸੀਂ ਕਈਆਂ ਦੇ ਵਿਊ ਲਿੱਤੇ ਆ ਲੋਕਲ ਬੰਦਿਆਂ ਦੇ, ਉਹ ਕਹਿੰਦੇ ਵੀ ਉਹਨਾਂ ਦੇ ਨਾਲ ਵੀ ਖੜਦੇ ਆ ਬੰਦੇ। ਮੈਂ ਤੁਹਾਨੂੰ ਕਿਹਾ ਵੀ ਜਿਹੜੇ ਬੰਦੇ ਉਹਨਾਂ ਦੇ ਨਾਲ ਖੜਦੇ ਆ ਉਹ ਗੁੰਮਰਾਹ ਕੀਤੇ ਪਏ ਲੋਕ ਆ, ਔਰ ਉਹਨਾਂ ਨੂੰ ਇਹ ਦੱਸਿਆ ਜਾ ਰਿਹਾ ਉਹ ਖੁਦਗਰਜੀ ਵਾਸਤੇ ਔਰ ਆਪਣੇ ਆਪ ਨੂੰ ਸਟੈਂਡ ਕਰਨ ਦੇ ਲਈ, ਪੋਲੀਟੀਕਲ ਗੇਨ ਲੈਣ ਦੇ ਲਈ ਉਹ ਉੱਧਰ ਖੜੇ ਆ। ਉਹਨਾਂ ਦਾ ਸਮਾਜ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਆ, ਸਮਾਂ ਹਾਂ ਨਿੱਜੀ ਹਿੱਤਾਂ ਲਈ ਉਹ ਆਉਣਾ ਚਾਹੁੰਦੇ ਆ, ਹੋਰ ਕੁਝ ਨਹੀਂ ਆ। ਜੇ ਤੁਸੀਂ ਕਹੋ ਵੀ ਉਹ ਬੰਦੇ ਸਾਡੇ ਦਲਿਤ ਆਗੂ ਆ ਜਾਂ ਕੁਛ ਆ, ਦਲਿਤ ਆਗੂ ਜਾਂ ਦਲਿਤ ਅਗਵਾਈ ਸਮਾਜ ਦੇ ਨਾਲ ਖੜੇ ਹੋ ਕੇ ਹੁੰਦੀ ਆ, ਨਾ ਕਿ ਕਿਸੇ ਪਾਰਟੀ ਦੇ ਨਾਲ ਖੜੇ ਹੋ ਕੇ। ਤੁਹਾਡੇ ਕੋਲ ਕੋਈ ਪ੍ਰੋਗਰਾਮ ਹੈ ਇਦਾਂ ਦਾ ਭਈ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਤੁਸੀਂ ਇਹ ਗੱਲ ਸਮਝਾ ਸਕੋ ਆਉਂਦੇ ਦਿਨਾਂ ਵਿੱਚ ਕਿ ਭਾਈ ਉਹ ਤੁਹਾਡੇ ਦੋਸਤ ਨਹੀਂ ਹੈਗੇ? ਕੋਈ ਹੈ ਪ੍ਰੋਗਰਾਮ ਤੁਹਾਡੇ ਕੋਲ? ਤੁਸੀਂ ਪ੍ਰੋਗਰਾਮ ਦੀ ਗੱਲ ਕਰਦੇ ਹੋ, ਪਬਲਿਕ ਮੂਵਮੈਂਟ ਦੇ ਵਿੱਚ ਜਿੰਨੀ ਵੀ ਪਬਲਿਕ ਮੂਵਮੈਂਟ ਚੱਲ ਰਹੀ ਹੈ ਬੀਜੇਪੀ ਦੇ ਖਿਲਾਫ, ਹੈ ਨਾ ਜੀ, ਉਹਦੇ ਵਿੱਚ ਤੁਸੀਂ ਦੇਖ ਰਹੇ ਹੋ ਵੀ ਜਨ ਅੰਦੋਲਨ ਬਣ ਰਿਹਾ ਪਿਆ ਵਾ। ਜਦੋਂ ਜਨ ਅੰਦੋਲਨ ਬਣ ਜਾਂਦਾ ਉਹਦੇ ਵਿੱਚ ਕੋਈ ਵੀ ਲੀਡਰ ਨਹੀਂ ਮੋਹਰੇ ਆਉਂਦਾ, ਉਹਦੇ ਵਿੱਚ ਲੋਕ ਸੜਕਾਂ ਦੇ ਉੱਪਰ ਆਉਂਦੇ ਆ। ਪੂਰਾ ਪੰਜਾਬ ਬੀਜੇਪੀ ਦੇ ਖਿਲਾਫ ਹਜ਼ਾਰਾਂ ਵਾਰੀ ਐਜੀਟੇਸ਼ਨ ਕਰ ਚੁੱਕਿਆ ਪਿਆ ਵਾ, ਭਾਵੇਂ ਉਹ 2 ਅਪ੍ਰੈਲ ਦਾ ਹੋਵੇ, ਭਾਵੇਂ ਲਗਾਤਾਰ ਹੁਣ ਕਿਸਾਨਾਂ ਦਾ ਵਿਰੋਧ ਹੋਵੇ, ਜਾਂ ਵਿੱਚੋਂ ਵਿੱਚ ਹੀ ਦਲਿਤਾਂ ਦੇ ਨਾਲ ਬਾਰੋ-ਬਾਰ ਜਿਹੜੀ ਐਟਰੋਸਿਟੀ ਚੱਲਦੀ ਪਈ ਕਿਸੇ ਹੋਰ ਸਟੇਟਸ ਦੇ ਵਿੱਚ। ਇਹ ਅਵੇਅਰਨੈਸ ਦੀ ਲੋੜ ਨਹੀਂ ਡੋਰ ਟੂ ਡੋਰ ਜਾ ਕੇ ਜਾਣ ਦੀ, ਲੋਕ ਬਾਹਰ ਨਿਕਲ ਕੇ ਆ ਰਹੇ ਆ। ਇਹ ਤੋਂ ਸਾਫ਼ ਹੀ ਪਤਾ ਲੱਗਦਾ ਪਿਆ ਕਿ ਅਸੀਂ ਉਹਨਾਂ ਤੋਂ ਦੁਖੀ ਆ, ਤੇ ਇਹ ਜਿਹੜੇ ਕੁਝ ਕੁ ਜਿਹੜੇ ਆਪਣਾ ਸੈਲਫ ਇੰਟਰਸਟ ਲੈਣ ਦੇ ਲਈ ਬੀਜੇਪੀ ਦੇ ਵਿੱਚ ਲੁਕੇ ਪਏ ਆ, ਉਹਨਾਂ ਨੇ ਉੱਥੇ ਰਹਿਣਾ ਹੀ ਆ। ਇੰਨਾ ਕੁ ਖਾਨਾ ਤਾਂ ਸਾਡਾ ਗੱਦਾਰਾ ਦਾ, ਉਹ ਉਹਦੇ ਵਿੱਚ ਰਹਿਣਾ ਹੀ ਰਹਿਣਾ ਆ। ਜੀ ਜ਼ਰੂਰ। ਸੋ ਇਹਨਾਂ ਦਾ ਕਹਿਣਾ ਹੈਗਾ ਕਿ ਕੁਝ ਲੋਕ ਤਾਂ ਉਹਨਾਂ ਦੇ ਵਿੱਚ ਰਹਿਣੇ ਹੈਗੇ ਨੇ, ਪਰ ਇਹਨਾਂ ਦਾ ਕਹਿਣਾ ਹੈਗਾ ਕਿ ਬਹੁਤ ਸਾਰੇ ਲੋਕ ਅਵੇਅਰ ਹੋ ਰਹੇ ਨੇ, ਸਾਡੇ ਭਾਈਚਾਰੇ ਦੇ ਲੋਕ, ਉਹਨਾਂ ਨੂੰ ਸਮਝ ਆ ਰਹੀ ਹੈਗੀ ਆ ਕਿ ਬੀਜੇਪੀ ਕਿਵੇਂ ਇੱਕ ਸਿਆਸੀ ਪੱਤਾ ਖੇਡ ਰਹੀ ਹੈਗੀ ਆ। ਇੱਕ ਵਾਰ ਫਿਰ ਜਾਂਦੇ ਮੈਂ ਤੁਹਾਨੂੰ ਦਿਖਾਉਣਾ ਚਾਹੂੰਗਾ ਹੁਸ਼ਿਆਰਪੁਰ ਸ਼ਹਿਰ ਦੇ ਵਿੱਚ ਡਾਕਟਰ ਭੀਮ ਰਾਓ ਅੰਬੇਦਕਰ ਜੀ ਦਾ ਸਟੈਚੂ ਲੱਗਾ ਹੋਇਆ ਹੈਗਾ। ਇਸ ਸਟੈਚੂ ਦੇ ਇਹਦੇ ਉੱਤੇ ਥੋੜ੍ਹੀ ਦੇਰ ਪਹਿਲਾਂ ਬੀਜੇਪੀ ਦੇ ਆਗੂ, ਇਲਾਕੇ ਦੇ ਲੋਕਾਂ ਦਾ ਕਹਿਣਾ ਹੈਗਾ, ਮਹੱਲੇ ਦੇ ਲੋਕਾਂ ਦਾ ਕਹਿਣਾ ਹੈਗਾ ਕਿ ਸਾਨੂੰ ਬਿਲਕੁਲ ਵੀ ਭਿਣਕ ਨਹੀਂ ਪਈ ਵੀ ਉਹ ਕਿਹੜੇ ਵੇਲੇ ਆਏ, ਔਰ ਜਿਵੇਂ ਇਹਨਾਂ ਦਾ ਵੀ ਕਹਿਣਾ ਹੈਗਾ ਕਿ ਚੋਰਾਂ ਵਾਂਗ ਆਏ ਤੇ ਚੋਰਾਂ ਵਾਂਗ ਚਲੇ ਗਏ, ਗਲ ਦੇ ਵਿੱਚ ਹਾਰ ਪਾ ਕੇ। ਇਹਨਾਂ ਆਗੂਆਂ ਦਾ ਕਹਿਣਾ ਹੈਗਾ ਕਿ ਹੁਣੇ ਅਸੀਂ ਤੁਹਾਨੂੰ ਦਿਖਾਇਆ ਕਿ ਕਿਵੇਂ ਦੁੱਧ ਦੇ ਨਾਲ ਇਸ ਸਟੈਚੂ ਨੂੰ ਧੋ ਕੇ ਸ਼ੁੱਧ ਕੀਤਾ ਗਿਆ। ਇਹਨਾਂ ਦਾ ਕਹਿਣਾ ਹੈਗਾ ਕਿ ਅਸੀਂ ਸ਼ੁੱਧੀਕਰਨ ਕੀਤਾ ਹੈਗਾ। ਸ਼ੁੱਧੀਕਰਨ ਦਾ ਜਿਹੜਾ ਪ੍ਰੋਗਰਾਮ ਸੀਗਾ ਹੁਣੇ ਨੇਪਰੇ ਚੜ੍ਹ ਕੇ ਹਟਿਆ ਹੈਗਾ। ਹਾਲੇ ਵੀ ਦੁੱਧ ਜਿਹੜਾ ਹੈਗਾ ਥੱਲੇ ਫਰਸ਼ ਦੇ ਉੱਪਰ ਤੁਸੀਂ ਡੁੱਲਿਆ ਦੇਖ ਸਕਦੇ ਆ। ਸੋ ਦੇਖਣਾ ਹੋਊਗਾ ਆਉਂਦੇ ਦਿਨਾਂ ਦੇ ਵਿੱਚ ਬੀਜੇਪੀ ਦੇ ਵੱਲੋਂ ਜਿਹੜੀ ਪੰਜਾਬ ਦੇ ਵਿੱਚ ਆਪਣਾ ਆਧਾਰ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ, ਉਹਨੂੰ ਆਉਂਦੇ ਸਮੇਂ 'ਚ ਕਿੰਨਾ ਕੁ ਬੂਰ ਪੈਂਦਾ ਹੈ, ਇਹ ਆਉਂਦੇ ਸਮੇਂ 'ਚ ਦੇਖਣਾ ਹੋਊਗਾ।